गुरु जस सरवण कर लाह प्राप्त करना करिए जी। सो पिछले दीवाना अंदर आप सिख संगतां प्रसंग सरवण कीता कि चल रही लड़ीवार कथा विचार अंदर 12 रासां दी संपूर्णता उपरंत कवि जी पहली रुत जिहड़ी है वो प्रारंभ कर रहे हैं। ते पहली रुत अंदर वस्तु निर्देशक मंगल दी विचार, गुरबाणी दे मंगल दी विचार अते धन गुरु नानक दे पातशाह तिन्हां दे मंगल दी विचार आप संगतां सरवण कर चुके हो। सो प्रथमली रुत तो आरंभ करन तो पहलों कवि जी ये 10 ही पातशाहियां दे मंगल उचारण कर रहे हैं। सो दूसरी पातशाही धन गुरु श्री गुरु अंगद देव महाराज साहब जी का अज कवि जी मंगल कर रहे हैं। एकाग्रता धारण करदियां होया पावन पवित्र गुरु जस सरवण कर लाह प्राप्त करना करिए जी। सतनाम श्री वाहिगुरु साहिब जीओ। सवैया जार जाए नहीं किस ते अजरी आस। अजरी आस अजरी पाठ है, अजरी नहीं। अजर नाम वेड़े दा हुंदा, अजरी नाम जो ना जरिया जावे। सो कवि जी वर्णन करते है जर जाए नहीं किस ते अजरी आस। ओ शक्ति जो पा के किसी कोलों जरी नहीं जा सकती। ओ शक्ति, ओ समर्था, ओ गुण, ओ वडियाई, ओ कीर्ति जिहड़ी पा के जरी नहीं जाती। ऐसी अजर शक्ति गुरता गद्दी दा सिंघासन प्राप्त किया। ऐसी अजर शक्ति आप नारायण कला धार जग में परवरियो धन गुरु नानक देव महाराज साहब जी दी जोत रूप जो शक्ति है उसनू पा के जो किसी कोलों भी जरी नहीं जा सकती उसनू जर लेना कीता है, उसनू धारण कर लेना कीता है। उस अजर शक्ति नू जरिया है धन गुरु श्री गुरु अंगद देव महाराज साहब जी ने। पाए गए सगरी और मैं जार। ओ कला ओ शक्ति पा के अपने हिरदे दे विच जर गए जिसनों कोई जर नहीं सकता। एडी वड्डी कला, एडी वड्डी शक्ति, थोड़ी जी कला थोड़ी जी शक्ति आ जावे ते जीव अपने अंदर जर नहीं पाउंदा, ओदी प्रदर्शनी ला देंदा। जैसे कि है ना जिस हथ जोर कर वेखै सोए। जिहदे हथ विच कोई जोर, कोई कला, कोई शक्ति आ जाती है वो फिर अपना पूरा जोर ला के विखाउंदा है। अपनी कला अपनी शक्ति नू प्रदर्शित करदा। पर वो अजर शक्ति जो वड्डियां तो वड्डी है आप पर ब्रह्म स्वरूप परमात्मा दी ही जोत नू प्राप्त करके जो नहीं जरी जा सकती उसनू सगरी गए जर। वो सारी कला वो सारी शक्ति अपने हृदय अंदर जर गए धन गुरु अंगद देव महाराज साहब जी।
ਜਰਬੇ ਜਿਨ ਕੀ ਅਵਲੋਕ ਜਰਾ। ਜਰਾਇਕ, ਇਹ ਜਰਾਇਕ ਪਾਠ ਇਕੱਠਾ ਹੈ। ਸੋ ਜਰਬੇ ਨਾਮ ਠੋਕਰ ਦਾ ਹੈ। ਜਿਨ ਕੀ ਅਵਲੋਕ ਜਰਾ, ਜਿਨ੍ਹਾਂ ਦੀ ਅਵਲੋਕਨੀ ਰੂਪੀ ਜਰਾ ਮਾਤਰ, ਥੋੜੇ ਮਾਤਰ ਜਰਬੇ ਜਿਹੜੀ ਠੋਕਰ ਹੈ, ਜਿਨ੍ਹਾਂ ਦੀ ਅਵਲੋਕਨੀ ਰੂਪੀ ਜਿਹੜੀ ਠੋਕਰ ਹੈ ਨਾ, ਉਹਨੂੰ ਖਾ ਕੇ, ਭਾਵ ਜਿਨ੍ਹਾਂ ਦੀ ਦ੍ਰਿਸ਼ਟੀ ਨੂੰ ਪਾ ਕੇ ਦੂਰ ਕਰੀ ਗਨ ਦੋਖਨ ਕੀ ਜਰ। ਗਨ ਨਾਮ ਸਮੂਹ, ਦੋਖ ਨਾਮ ਜਿਹੜੇ ਦੋਸ਼ ਹੈ, ਜਿਹੜੇ ਰੋਗ ਹੈ, ਜਿਹੜੀਆਂ ਬਿਮਾਰੀਆਂ ਸਰੀਰ ਦੀਆਂ ਤਥਾ ਮਨ ਦੀਆਂ, ਉਹਨਾਂ ਨੂੰ ਦੂਰ ਕਰ ਦਿੱਤਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ। ਕਵੀ ਜੀ ਉਸ ਗੁਰਾਂ ਦੇ ਜੀਵਨ ਵੱਲ ਇਸ਼ਾਰਾ ਦਿੰਦੇ ਹੋਏ ਕਥਨ ਕਰ ਰਹੇ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਾਧ ਸੰਗਤ ਜਦੋਂ ਖਡੂਰ ਸਾਹਿਬ ਨਗਰੀ ਆ ਗਏ ਨਾ, ਕਰਤਾਰਪੁਰ ਸਾਹਿਬ ਨਗਰੀ ਤੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਦੇ ਕੇ ਤੇ ਖਡੂਰ ਸਾਹਿਬ ਨੂੰ ਤੋਰ ਦਿੱਤਾ, ਵਿੱਚ ਕਰਤਾਰਪੁਰੇ ਜਗ ਰਾਈ, ਗੁਰ ਅੰਗਦ ਕਉ ਦੀਨ ਵਡਾਈ। ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਦੀ ਵਡਿਆਈ ਦਿੱਤੀ, ਤਾਂ ਗੁਰਤਾ ਦੀ ਵਡਿਆਈ ਦੇਣ ਉਪਰੰਤ ਕਿਹਾ ਕਿ ਹੁਣ ਤੁਸੀਂ ਖਡੂਰ ਸਾਹਿਬ ਨਗਰੀ ਚਲੇ ਜਾਓ ਤੇ ਆਣ ਖਡੂਰ ਮਹਿ ਆਣ ਬਿਰਾਜੇ, ਜਿਨ ਸਿਮਰਨ ਕਲ ਕਲਮਲ ਭਾਜੇ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਨਗਰੀ ਆ ਕੇ ਰਹਿਣ ਲੱਗ ਪਏ ਤੇ ਰੋਜ਼ ਦਾ ਸਤਿਗੁਰਾਂ ਦਾ ਇਹ ਨਿਯਮ ਸੀ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਉੱਠ ਕੇ ਸ਼ੌਚ ਕਿਰਿਆ ਕਰ, ਇਸ਼ਨਾਨ ਪਾਣ ਕਰ, ਆਪਣੇ ਨਿੱਜੀ ਸਰੂਪ ਵਿੱਚ ਧਿਆਨ ਲਾਉਣਾ, ਨਿੱਜੀ ਸਰੂਪ ਵਿੱਚ ਧਿਆਨ ਜੋੜਨਾ। ਤੇ ਜਿੰਨੇ ਵੀ ਰੋਗੀ, ਕੋੜੀ ਜਾਂ ਪਾਪੀ, ਅਪਰਾਧੀ, ਮਾਨਸਿਕ ਰੋਗੀ ਜਾਂ ਸਰੀਰਕ ਰੋਗੀ, ਉਹ ਗੁਰਾਂ ਦੇ ਆਸਣ ਦੇ ਸਾਹਮਣੇ ਆ ਕੇ, ਜਿਸ ਮੰਦਰ ਵਿੱਚ ਗੁਰੂ ਸਮਾਧੀ ਲਾਉਂਦੇ ਆ, ਉਸ ਮਕਾਨ ਦੇ ਸਾਹਮਣੇ ਆ ਕੇ ਤੇ ਰੋਗੀ ਕੋੜੀ ਹੱਥ ਜੋੜ ਬੈਠ ਜਾਂਦੇ ਸਨ ਰੋਜ਼ ਅੰਮ੍ਰਿਤ ਵੇਲੇ। ਸਤਿਗੁਰੂ ਜੀ ਜਦੋਂ ਸਮਾਧੀ ਉਥਾਨ ਹੋਣੇ ਤੇ ਜਿਸ ਵੇਲੇ ਸਮਾਧੀ ਉਥਾਨ ਹੋਣ ਉਪਰੰਤ ਆਪਣੇ ਨੇਤਰ ਖੋਲ੍ਹਣੇ ਤੇ ਨੇਤਰਾਂ ਦੇ ਵਿੱਚੋਂ ਐਸੀ ਅੰਮ੍ਰਿਤ ਦ੍ਰਿਸ਼ਟੀ ਪਾਉਣੀ ਹੈ ਉਹ ਰੋਗੀਆਂ ਤੇ ਕਿ ਜਿਹੜੇ ਸਾਹਮਣੇ ਬੈਠੇ ਰੋਗੀ ਉਹਨਾਂ ਰੋਗੀਆਂ ਦੇ ਰੋਗ ਹਰ ਦਿੰਦੇ ਸਨ, ਕੋੜੀਆਂ ਦੇ ਕੋੜ ਹਰ ਦਿੰਦੇ ਸਨ। ਸਰੀਰਕ ਕਿਸੇ ਪ੍ਰਕਾਰ ਦਾ ਰੋਗ ਹੈ ਉਹ ਰੋਗੀਆਂ ਦਾ ਹਰਿਆ ਜਾਂਦਾ ਸੀ। ਮਨ ਨੂੰ ਲੱਗੇ ਜਿਹੜੇ ਰੋਗ ਹੈ ਉਹ ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਸੇਵਕਾਂ ਦੇ ਹਰੇ ਜਾਂਦੇ ਸੀ। ਸੋ ਉਸ ਗੁਰਾਂ ਦੀ ਕਿਰਪਾ ਭਰੀ ਦ੍ਰਿਸ਼ਟੀ ਵੱਲ ਇਸ਼ਾਰਾ ਦਿੰਦੇ ਕਵੀ ਜੀ ਦੱਸ ਰਹੇ ਕਿ ਜਰਬੇ ਜਿਨ ਕੀ ਅਵਲੋਕ ਜਰਾਇਕ, ਜਰਾਇਕ ਥੋੜੇ ਕੁ ਜਿੰਨੀ, ਥੋੜੀ ਜੀ ਜਿਨ੍ਹਾਂ ਦੇ ਨੇਤਰਾਂ ਦੀ ਦ੍ਰਿਸ਼ਟੀ ਦੀ ਜਰਬੇ ਜਿਹੜੀ ਠੋਕਰ ਹੈ ਉਹਨੂੰ ਖਾ ਕੇ, ਜਿਹੜੇ ਸਾਹਮਣੇ ਆ ਕੇ ਨੇਤਰਾਂ ਦੀ ਦ੍ਰਿਸ਼ਟੀ ਰੂਪੀ ਠੋਕਰ ਖਾ ਲੈਂਦੇ ਸੀ ਨਾ, ਉਹਨਾਂ ਦੇ ਦੂਰ ਕਰੀ ਗਨ ਦੋਖਨ ਕੀ ਜੜ। ਸਮੂਹ ਦੋਖਾਂ ਦੀ ਜੜ ਜਿਹੜੀ ਸੀ ਨਾ, ਪਾਪਾਂ ਦੀ, ਅਪਰਾਧਾਂ ਦੀ,
ਦੁੱਖਾਂ ਤਕਲੀਫਾਂ ਦੀ ਉਹ ਜੜ ਤੋਂ ਸਤਿਗੁਰੂ ਜੀ ਨਾਸ ਕਰਦੇ ਸਨ। ਐਸੇ ਸਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ। ਯਾਰ ਤੇ ਵਿਸ਼ਿਆ ਗਨ ਮੈਂ ਜਾਣ ਜੇ। ਤੇ ਜਿਹੜੇ ਜਨ ਜਿਹੜੇ ਸੇਵਕ ਜਰਤੇ ਨਾਮ ਸੜਦੇ ਦਾ ਹੈ, ਵਿਸ਼ਿਆਂ ਦੀ ਅੱਗ ਦੇ ਵਿੱਚ ਸੜ ਰਹੇ ਸਨ। ਵਿਸ਼ੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਵਿਕਾਰ ਕਾਮ ਕ੍ਰੋਧ ਆਦਿ ਹੁੰਦੇ ਆ ਤੇ ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ ਨੂੰ ਕਹਿ ਦਿੰਦੇ। ਸੋ ਇਹ ਜਿਹੜੇ ਵਿਕਾਰ ਜਾਂ ਵਿਸ਼ਿਆਂ ਰੂਪੀ ਪ੍ਰਚੰਡ ਅੱਗ ਹੈ, ਇਹਨਾਂ ਵਿਕਾਰਾਂ ਤਥਾ ਵਿਸ਼ਿਆਂ ਦੀ ਅੱਗ ਦੇ ਵਿੱਚ ਜਿਹੜੇ ਜਰਤੇ ਸੜਦੇ ਸਨ, ਸੜ ਰਹੇ ਸਨ। ਸ਼ਰਨਾਗਤ ਹੀ ਜਲ ਨਾਮ ਹਿਰਦੈ ਜਰ। ਤੇ ਐਸੇ ਵਿਸ਼ਿਆਂ ਦੀ ਅੱਗ ਦੇ ਵਿੱਚ ਸੜਨ ਵਾਲੇ ਜਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਚੱਲ ਕੇ ਆ ਜਾਂਦੇ ਸਨ ਤੇ ਆਪਣੀ ਸ਼ਰਨ ਵਿੱਚ ਆਇਆਂ ਹੋਇਆਂ ਨੂੰ ਲਖ ਕੇ ਵਿਚਾਰ ਕੇ ਤੇ ਸਤਿਗੁਰੂ ਜੀ ਜਲ ਨਾਮ ਹਿਰਦੈ ਜਰ, ਜਿਹੜਾ ਨਾਮ ਰੂਪੀ ਅੰਮ੍ਰਿਤ ਜਲ ਹੈ ਨਾ, ਉਹ ਸਿੱਖਾਂ ਦੇ ਹਿਰਦੇ ਵਿੱਚ ਜਰ ਦਿੰਦੇ ਸਨ। ਜਰ ਨਾਮ ਸਿੰਜ ਦੇਣਾ, ਜਰ ਨਾਮ ਪਾ ਦੇਣਾ। ਜਿਵੇਂ ਪਾਣੀ ਪਾਈਦਾ ਨਾ ਦਰਖਤ ਦੇ ਮੁੱਢ ਨੂੰ, ਫਲ ਤਥਾ ਫੁੱਲਦਾਇਕ ਬੂਟਿਆਂ ਨੂੰ ਪਾਣੀ ਪਾਈਦਾ ਉਹਨਾਂ ਦੇ ਮੁੱਢ ਵਿੱਚ, ਇਸੇ ਤਰ੍ਹਾਂ ਜਿਹੜੀ ਪ੍ਰਚੰਡ ਬਲ ਰਹੀ ਵਿਸ਼ਿਆਂ ਦੀ ਅੱਗ ਸਿੱਖਾਂ ਦੇ ਸੇਵਕਾਂ ਦੇ ਹਿਰਦਿਆਂ ਵਿੱਚ, ਐਸੇ ਜਿਹੜੇ ਵਿਸ਼ਿਆਂ ਦੀ ਅੱਗ ਦੇ ਸਾੜੇ ਹੋਏ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਸਨ। ਸਤਿਗੁਰੂ ਜੀ ਉਹਨਾਂ ਨੂੰ ਅੰਮ੍ਰਿਤ ਨਾਮ ਜਲ ਜਿਹੜਾ ਹੈ ਨਾ, ਉਹ ਜਰ ਦਿੰਦੇ ਸਨ। ਜਰ ਨਾਮ ਸਿੰਜ ਦਿੰਦੇ ਸਨ, ਪਾ ਦਿੰਦੇ ਸਨ ਤੇ ਵਿਸ਼ਿਆਂ ਦੀ ਅੱਗ ਬੁਝਾ ਦਿੰਦੇ ਸਨ। ਜ਼ਰ ਗਿਆਨ ਦਇਓ ਹਰ ਦਾਰਿਦ ਮੋਹ। ਜੋ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਵਿਸ਼ਿਆਂ ਦੀ ਅੱਗ ਵਿਸ਼ਿਆਂ ਦੀ ਅੱਗ ਬੁਝਾ ਦਿੰਦੇ ਸਨ ਨਾਮ ਦਾ ਜਲ ਪਾ ਕੇ, ਤੇ ਬੁਝਾ ਦਿੰਦੇ ਹੀ ਨਹੀਂ ਸਨ, ਬੁਝਾ ਦਿੰਦੇ ਐ, ਬੁਝਾ ਦੇਣਗੇ ਸ਼ਰਨ ਆਉਣ ਵਾਲਿਆਂ ਦੀ। ਕਿਉਂਕਿ ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਰੂਪ ਹੋ ਕਰਕੇ ਪ੍ਰਗਟ ਹੀ ਪ੍ਰਤਖਸ਼ ਹੀ ਸਿੰਘਾਸਨ ਤੇ ਸੁਸ਼ੋਭਤ ਹਨ। ਸੋ ਕਵੀ ਜੀ ਕਥਨ ਕਰਦੇ ਐ, ਜਰ ਗਿਆਨ ਦਇਓ ਹਰ ਦਾਰਿਦ ਮੋਹ। ਇੱਥੇ ਜਰ ਨਾਮ ਮਾਇਆ ਦਾ ਹੈ, ਜਰ ਨਾਮ ਧਨ ਦਾ ਹੈ। ਵੇਖੋ 4 ਪੰਕਤੀਆਂ ਹਨ ਸਵਈਏ ਦੀਆਂ, ਤੇ ਪੰਕਤੀ ਦੇ ਆਰੰਭ ਵਿੱਚ ਵੀ ਜਰ ਹੈ ਤੇ ਅਖੀਰ ਵਿੱਚ ਵੀ ਜਰ ਹੈ। ਤੇ 8 ਵਾਰੀ ਆਰੰਭ ਤੇ ਅਖੀਰ ਦੋਨਾਂ ਨੂੰ ਮਿਲਾ ਕੇ 8 ਵਾਰੀ ਜਰ ਸ਼ਬਦ ਆਇਆ ਤੇ 8 ਵਾਰੀ ਅਰਥ ਵੱਖੋ ਵੱਖਰੇ। ਸੋ ਕਵੀ ਜੀ ਕਥਨ ਕਰਦੇ, ਜਰ ਗਿਆਨ ਦਇਓ ਹਰ ਦਾਰਿਦ ਮੋਹ। ਸ਼ਰਨ ਆਉਣ ਵਾਲੇ ਸਿੱਖਾਂ ਨੂੰ, ਸੇਵਕਾਂ ਨੂੰ, ਪਿਆਰਿਆਂ ਨੂੰ ਸਤਿਗੁਰਾਂ ਨੇ ਗਿਆਨ ਰੂਪੀ ਜਿਹੜਾ ਜਰ ਹੈ, ਆਤਮਿਕ ਗਿਆਨ ਰੂਪੀ ਜਿਹੜਾ ਧਨ ਹੈ, ਇਹ ਬਖਸ਼ਣਾ ਕੀਤਾ ਹੈ। ਜਿਸ ਆਤਮਿਕ ਗਿਆਨ ਰੂਪੀ ਧਨ ਨੂੰ ਬਖਸ਼ ਕੇ ਹਰ ਦਾਰਿਦ ਮੋਹ, ਜਿਹੜਾ ਮੋਹ ਰੂਪੀ ਦਰਿਦਰ ਹੈ, ਮੋਹ ਰੂਪੀ ਗਰੀਬੀ ਹੈ, ਉਹਨੂੰ ਸਤਿਗੁਰਾਂ ਨੇ ਹਰ ਦਿੱਤਾ ਹੈ। ਮੋਹ ਦੀ ਗਰੀਬੀ ਨੂੰ ਕੱਟ ਕੇ ਤੇ ਗਿਆਨ ਦਾ ਧਨ ਬਖਸ਼ ਦਿੰਦੇ ਆ ਗੁਰੂ ਅੰਗਦ ਦੇਵ ਜੀ। ਨਮੋ ਗੁਰ ਅੰਗਦ ਹੋਇ ਨਿਤ ਹਾਜ਼ਰ। ਜੋ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਹਮੇਸ਼ਾ ਹੀ ਆਪਣੇ ਸੇਵਕਾਂ ਦੇ
ਹਰ ਸਥਾਨ ਤੇ ਸਹਾਇਕ ਹੁੰਦੇ ਆ, ਹਾਜ਼ਰ ਹੋ ਕੇ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਆ। ਐਸੇ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਸਾਡੀ ਨਮੋ ਹੋਵੇ, ਸਾਡੀ ਨਮਸਕਾਰ ਹੋਵੇ। ਚਿਤਰ ਪਦਾ ਛੰਦ ਧਾਰਤ ਜੇ ਬਿਗਨਾ ਗਾਨ ਕੋ। ਕਵੀ ਸੰਤੋਖ ਸਿੰਘ ਜੀ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਮੰਗਲ ਕਥਨ ਕਰਦੇ ਆ ਤੇ ਇਹ ਚਿੱਤਰ ਪਦਾ ਛੰਦ ਉਚਾਰਨ ਕਰਕੇ ਸਤਿਗੁਰਾਂ ਦੀ ਮਹਿਮਾ ਗਾਉਂਦੇ ਆ। ਤੇ ਇਹ ਚਿੱਤਰ ਪਦਾ ਛੰਦ ਦੀ ਦੂਸਰੀ ਪੰਕਤੀ ਦੇ ਪਿਛਲੇ ਪਦ ਤੋਂ ਅਰਥ ਜਿਹੜਾ ਹੈ ਨਾ ਉਹ ਚੁੱਕਦੇ ਆ। ਕਹਿੰਦੇ ਆ ਕਿ ਗੁਰ ਮੂਲ ਕੀਓ ਵਿਸਤਾਰ, ਸਭ ਕੇ ਗੁਰ ਮੂਲ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜੋ ਸਾਰਿਆਂ ਦੇ ਮੂਲ ਹੈ, ਮੁੱਢ ਹੈ। ਜਿਵੇਂ ਦਰਖਤ ਦਾ ਮੁੱਢ ਹੁੰਦਾ ਹੈ, ਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਹੈ ਉਹ ਸਿੱਖੀ ਦਾ ਮੁੱਢ ਹੈ। ਤੇ ਸਤਿਗੁਰਾਂ ਨੇ ਫਿਰ ਸਿੱਖੀ ਰੂਪੀ ਜੋ ਸਿੱਖੀ ਦੇ ਮੁੱਢ ਹੈ, ਸਤਿਗੁਰਾਂ ਨੇ ਫਿਰ ਕੀਓ ਵਿਸਥਾਰ, ਇਹ ਮੁੱਢ ਨੇ ਵਿਸਥਾਰ ਕੀਤਾ। ਇਹ ਮੁੱਢ ਦਰਖਤ ਬਣ ਕੇ ਫੈਲਿਆ ਹੈ ਤੇ ਜਿਸ ਵੇਲੇ ਫੈਲਿਆ ਹੈ ਤਾਂ ਡਾਰ ਦੁਬਿੰਸਤ ਭੇ ਜਗ ਮੈਂ। ਤੇ ਜਿਹੜੇ ਡਾਰ ਨਾਮ ਡਾਲੇ ਟਾਹਣੇ, ਜਿਵੇਂ ਦਰਖਤ ਜਦੋਂ ਫੈਲਦਾ ਹੈ ਉਹਦੇ ਟਾਹਣੇ ਨਿਕਲਦੇ ਆ, ਇਉਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੇ 22 ਉਪਦੇਸ਼ਟਾ ਰੂਪੀ ਮੰਜੀਆਂ ਜਿਹੜੀਆਂ ਸਿੱਖਾਂ ਨੂੰ ਦਿੱਤੀਆਂ ਨਾ, ਇਹ ਡਾਰ ਨਾਮ ਟਾਹਣੇ ਜਿਨ੍ਹਾਂ ਨੇ ਜਗਤ ਵਿੱਚ ਵਿਸਥਾਰ ਕੀਤਾ। ਐਸੇ ਗੁਰਸਿੱਖੀ ਰੂਪੀ ਦਰਖਤ ਦੇ ਮੁੱਢ ਹੈ ਗੁਰੂ ਅਮਰਦਾਸ ਸਾਹਿਬ ਜੀ। ਜਿਸ ਮੁੱਢ ਨੇ ਜਿਸ ਵੇਲੇ ਵਿਸਥਾਰ ਕੀਤਾ ਹੈ ਨਾ, ਤਾਂ ਫਿਰ ਇਸ ਵਿਸਥਾਰ ਦੇ ਡਾਰ ਟਾਹਣੇ 22 ਟਾਹਣੇ ਨਿਕਲੇ ਹੈ। ਉਹ 22 ਟਾਹਣੇ ਕਿਹਨਾਂ ਨੂੰ ਕਿਹਾ? ਜਿਹੜੀਆਂ 22 ਉਪਦੇਸ਼ਟਾ ਦੀਆਂ ਮੰਜੀਆਂ ਗੁਰਾਂ ਦਿੱਤੀਆਂ ਸਨ। 22 ਸੂਬੇ ਸੀ ਅਕਬਰ ਦੇ। ਅਕਬਰ ਦੇ ਕਾਲ ਇਸ ਭਾਰਤ ਵਰਸ਼ ਦੀ ਭੂਮੀ ਦੇ 22 ਸੂਬੇ ਸਨ ਤੇ ਉਹ 22 ਹੀ ਸੂਬਿਆਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਗੁਰਸਿੱਖੀ ਦੇ ਪ੍ਰਸਾਰ ਵਾਸਤੇ 22 ਉਪਦੇਸ਼ਟਾ ਦੀਆਂ ਮੰਜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀਆਂ ਸੀ। ਜਿਵੇਂ ਸੱਚਣ ਸੱਚ ਬਾਬਾ ਸਾਵਣ ਮੱਲ ਜੀ, ਇਸੇ ਹੀ ਪ੍ਰਕਾਰ ਭਾਈ ਮਾਨਕ ਚੰਦ ਜੀ ਬੇਨੀ ਪੰਡਤ ਕਰਕੇ ਐਸੀਆਂ 22 ਉਪਦੇਸ਼ਟਾ ਦੀਆਂ ਮੰਜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀਆਂ ਗੁਰਸਿੱਖੀ ਦੇ ਪ੍ਰਚਾਰ ਵਾਸਤੇ। ਉਧਰ ਇਸ਼ਾਰਾ ਕਰਦੇ ਆ ਕਵੀ ਜੀ ਕਿ ਗੁਰਸਿੱਖੀ ਦੇ ਦਰਖਤ ਦੇ ਮੁੱਢ ਹੈ ਗੁਰੂ ਅਮਰਦਾਸ ਸਾਹਿਬ ਜੀ। ਤੇ ਇਸ ਮੁੱਢ ਨੇ ਜਦੋਂ ਵਿਸਥਾਰ ਕੀਤਾ ਹੈ ਤੇ 22 ਮੰਜੀਆਂ ਰੂਪੀ ਡਾਰ ਟਾਹਣੇ ਜਿਹੜੇ ਆ ਨਾ ਉਹ ਜਗਤ ਦੇ ਵਿੱਚ ਵਿਸਤ੍ਰਿਤ ਹੋਏ ਆ, ਜਗਤ ਦੇ ਵਿੱਚ ਫੈਲੇ ਐ। ਤਾਰਨ ਕੋ ਜਨ ਕੇ ਗਾਨ ਕੋ। ਜਨ ਨਾਮ ਦਾਸਾਂ ਦਾ ਹੈ, ਸਿੱਖਾਂ ਦਾ ਹੈ, ਸੇਵਕਾਂ ਦਾ ਹੈ। ਸਿੱਖਾਂ ਸੇਵਕਾਂ ਦੇ ਗਨ ਨਾਮ ਸਮੁਦਾਇ ਨੂੰ, ਭਾਵ ਸਮੂਹ ਸਿੱਖ ਸੇਵਕਾਂ ਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਕੇ ਪਾਰ ਕਰਨ ਵਾਸਤੇ ਸਤ ਨਾਮ ਦਇਓ ਸੋ ਕਰੈ ਭਵ ਪਾਰ। ਸਤਨਾਮ ਸ੍ਰੀ ਵਾਹਿਗੁਰੂ, ਇਹ ਮੰਤਰ ਦਿੱਤਾ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ
ਜਿਸ ਨੂੰ ਜਪ ਕੇ ਗੁਰਸਿੱਖ ਜਿਹੜੇ ਐ ਉਹ ਭਵ ਪਾਰ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਣ। ਜਿਨ੍ਹਾਂ ਨੇ ਜਪਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜਪਣ ਵਾਲੇ ਹੋ ਰਹੇ, ਜਿਹੜੇ ਜਪਣਗੇ ਉਹ ਪਾਰ ਹੋ ਜਾਣਗੇ। ਸੋ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਕਰਨ ਵਾਸਤੇ, ਪਾਰ ਹੋਣ ਵਾਸਤੇ ਜਿਨ੍ਹਾਂ ਨੇ ਨਾਮ ਰੂਪੀ ਬੇੜਾ ਜਿਹੜਾ ਹੈ ਨਾ ਉਹ ਗੁਰਸਿੱਖਾਂ ਦੇ ਗਨ ਸਮੁਦਾਇ ਨੂੰ ਬਖਸ਼ਿਆ ਹੈ। ਭਾਰਤ ਸਿੱਖਨ ਭਲਿਆ ਨ ਭੂਖਨ। ਜੋ ਭੱਲਿਆਂ ਦੀ ਕੁਲ ਦੇ ਭੂਖਣ ਗਹਿਣੇ ਭੱਲੇ ਅਮਰਦਾਸ ਗੁਣ ਤੇਰੇ, ਭੱਲਿਆਂ ਦੀ ਕੁਲ ਦੇ ਭੂਖਣ, ਭੱਲਿਆਂ ਦੀ ਕੁਲ ਦੇ ਗਹਿਣੇ ਤੇ ਭਾਰਤ ਸਿੱਖਨ, ਸਿੱਖਾਂ ਦੀ ਪ੍ਰਤਪਾਲਨਾ ਕਰਨ ਵਾਲੇ ਆ, ਸਿੱਖਾਂ ਦੀ ਪਰਵਰਿਸ਼ ਕਰਨ ਵਾਲੇ ਆ। ਪ੍ਰਤਖਸ਼ ਵੀ ਸਰੀਰਕ ਵੀ ਪ੍ਰਤਪਾਲਨਾ ਕਰਦੇ ਆ ਉਪਜੀਵਕਾ ਦੇ ਕੇ, ਤੇ ਮਾਨਸਿਕ ਵੀ ਪ੍ਰਤਪਾਲਨਾ ਕਰਦੇ ਆ। ਨਾਮ ਤਥਾ ਦੈਵੀ ਗੁਣ ਜਿਹੜੇ ਹੈ ਅਥਵਾ ਗਿਆਨ ਦਾ ਭੋਜਨ ਦੇ ਕੇ ਮਨ ਦੀ ਵੀ ਪ੍ਰਤਪਾਲਨਾ ਕਰਦੇ ਐ। ਭੂਖਨ ਜਿਉ ਤਾਮ ਦੁਖਨ ਡਾਰ। ਤੇ ਭੂਖਣ ਜਿਉ, ਭੂਖਣ ਨਾਮ ਸੂਰਜ ਦਾ ਹੈ। ਜਿਵੇਂ ਸੂਰਜ ਉਦੇ ਹੁੰਦਿਆਂ ਹੀ ਤਮ ਨੂੰ ਡਾਰ ਦਿੰਦਾ ਹੈ ਨਾ, ਤਮ ਨਾਮ ਹਨੇਰਾ, ਹਨੇਰੇ ਨੂੰ ਕੱਟ ਦਿੰਦਾ ਹੈ, ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਹਨੇਰੇ ਨੂੰ ਨਾਸ ਕਰ ਦਿੰਦਾ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਭੂਖਣ ਦੀ ਨਿਆਈ, ਸੂਰਜ ਦੀ ਨਿਆਈ ਹਨ। ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਜੋ ਕਿ ਅਗਿਆਨਤਾ ਦੇ ਅੰਧਕਾਰ ਸੰਯੁਗਤ ਹੈ ਜਿਨ੍ਹਾਂ ਦੇ ਹਿਰਦੇ, ਉਹਨਾਂ ਦੇ ਅੰਦਰੋਂ ਅਗਿਆਨਤਾ ਦੇ ਅੰਧਕਾਰ ਨੂੰ ਡਾਰ ਦਿੰਦੇ ਐ, ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰ ਦਿੰਦੇ ਐ, ਅਗਿਆਨਤਾ ਦੇ ਅੰਧਕਾਰ ਨੂੰ ਮੇਟ ਦਿੰਦੇ ਐ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਹਨ, ਜਿਨ੍ਹਾਂ ਦੇ ਚਰਨਾਂ ਤੇ ਮੈਂ ਸ਼ਤ ਸ਼ਤ ਨਮਨ ਕਰਦਾ। ਕਵੀ ਜੀ ਕਹਿੰਦੇ ਬੇਨਤੀ ਕਰਕੇ ਇਹ ਮੰਗਦਾ ਹਾਂ। ਡਾਰਤ ਜੇ ਬਿਗਨਾ ਗਾਨ ਕੋ। ਜਿਹੜੇ ਵਿਗਨ ਪੈਣ ਵਾਲੇ ਐ ਮੇਰੀ ਇਸ ਕਵਿਤਾ ਦੇ ਵਿੱਚ, ਜੋ ਇਹ ਗੁਰੂ ਜਸ ਰੂਪੀ ਮੈਂ ਇਹ ਇਤਿਹਾਸ ਕਾਵਿ ਰਚਨਾ ਦੇ ਵਿੱਚ ਲਿਖਣ ਜਾ ਰਿਹਾ ਹਾਂ, ਇਹਦੇ ਵਿੱਚ ਜਿਹੜੇ ਵਿਗਨ ਪੈਣ ਵਾਲੇ ਐ ਨਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਤੁਸੀਂ ਉਹਨਾਂ ਨੂੰ ਨਾਸ ਕਰ ਦੇਣ ਵਾਲੇ ਹੋ, ਉਹਨਾਂ ਨੇ ਵਿਗਨਾਂ ਨੂੰ ਕੱਟ ਦੇਣ ਵਾਲੇ ਹੋ। ਤਿਨ ਕੋ ਤਤਕਾਲ ਹੈ ਦੇਤ ਬਿਡਾਰ। ਤਤਕਾਲ ਨਾਮ ਛੇਤੀ ਦੇ ਨਾਲ ਹੀ ਬਿਡਾਰ ਦਿੰਦੇ ਹੋ, ਨਾਸ ਕਰ ਦਿੰਦੇ ਹੋ। ਮੇਰੀ ਕਵਿਤਾ ਵਿੱਚ ਪੈਣ ਵਾਲੇ ਵਿਗਨ ਜਿਹੜੇ ਹੈ ਨਾ ਉਹਨਾਂ ਨੂੰ ਤਤਕਾਲ ਹੀ ਵਿਨਾਸ਼ ਕਰ ਦਿਓ, ਤਤਕਾਲ ਹੀ ਕੱਟ ਦਿਓ ਸਤਿਗੁਰੂ ਜੀ। ਅਥਵਾ ਜੀਵਨ ਕਾਲ ਦੇ ਵਿੱਚ ਜਿਹੜੇ ਪੈਣ ਵਾਲੇ ਵਿਗਨ, ਪਰਮਾਰਥ ਦੇ ਮਾਰਗ ਤੇ ਚੱਲਦਿਆਂ ਹੋਇਆਂ ਅਨੇਕਾਂ ਹੀ ਵਿਗਨ ਪੈਂਦੇ ਆ ਜੀਵਨ ਕਾਲ ਵਿੱਚ ਆ ਕੇ। ਉਹਨਾਂ ਵਿਗਨਾਂ ਨੂੰ ਤੁਸੀਂ ਵਿਡਾਰਨ ਵਾਲੇ ਹੋ, ਨਾਸ ਕਰਨ ਵਾਲੇ ਹੋ। ਅਥਵਾ ਭਗਤੀ ਦੇ ਮਾਰਗ ਤੇ ਚੱਲਦਿਆਂ ਜਾਂ ਗਿਆਨ ਦੇ ਮਾਰਗ ਤੇ ਚੱਲਦਿਆਂ ਹੋਇਆਂ ਜੀਵਨ ਕਾਲ ਵਿੱਚ ਅਨੇਕ ਤਰ੍ਹਾਂ ਦੇ ਵਿਘਨ ਆ ਕੇ ਪੈ ਜਾਂਦੇ ਹਨਗੇ। ਨਾਨਾ ਤਰ੍ਹਾਂ ਦੇ ਵਿਘਨ, ਜੈਸੇ ਭਗਤੀ ਦਾ ਮਾਰਗ ਹੈ, ਉਧਰ ਭਗਤੀ ਕਰਨ ਵਾਸਤੇ ਇਹ ਉਤਸੁਕ ਹੋਇਆ, ਜੀਵ ਉਤਸ਼ਾਹਤ ਹੋਇਆ ਕਿ ਚੌਂਕੜਾ ਮਾਰ ਕੇ ਮੈਂ ਬੈਠਾ ਸਿਮਰਨ ਭਜਨ ਬੰਦਗੀ ਕਰਾਂ। ਉਧਰ ਕੋਈ ਸੰਸਾਰ ਦੇ ਕਾਰ ਵਿਹਾਰ ਜਿਹੜੇ ਉਹਨਾਂ ਵਿੱਚੋਂ ਕੋਈ ਅਤੀ ਅਵਸ਼ਕ ਕਾਰਜ ਆਣ ਪਿਆ, ਇਹ ਭਗਤੀ ਵਿੱਚ ਵਿਘਨ ਪੈ ਗਿਆ। ਸੋ ਐਸੇ ਜਿਹੜੇ ਵਿਘਨ ਪੈਣ ਵਾਲੇ ਭਗਤੀ ਵਿੱਚ ਤੇ ਗਿਆਨ ਵਿੱਚ ਵਿਘਨ ਪੈਂਦੇ ਆ ਸੰਸ਼ੇ ਦੇ। ਸੋ ਸੰਸ਼ਿਆਂ ਰੂਪੀ ਵਿਘਨਾਂ ਨੂੰ ਜਾਂ ਭਗਤੀ ਦੇ ਮਾਰਗ ਵਿੱਚ ਪੈਣ ਵਾਲੇ ਵਿਘਨਾਂ ਨੂੰ ਤੁਸੀਂ ਨਾਸ ਕਰ ਦਿੰਦੇ ਹੋ, ਕੱਟ ਦਿੰਦੇ ਹੋ। ਤਥਾ ਮੇਰਾ ਇਹ ਜਿਹੜਾ ਕਾਰਜ ਆਰੰਭਿਆ ਨਾ ਕਾਵਿ ਰਚਨਾ ਦਾ, ਗੁਰੂ ਜਸ ਰੂਪ,
ਇਤਿਹਾਸ ਜਿਹੜਾ ਉਸ ਨੂੰ ਵਾਰਤਕ ਤੋਂ ਬਦਲ ਕੇ ਤੇ ਕਾਵਿ ਰਚਨਾ ਦੇ ਵਿੱਚ ਜੋ ਮੈਂ ਲਿਖ ਰਿਹਾ ਹਾਂ, ਕਵੀ ਜੀ ਕਥਨ ਕਰਦੇ ਉਸ ਨੂੰ ਆਪ ਹੀ ਕਿਰਪਾ ਕਰਕੇ ਸੰਪੰਨ ਕਰ ਲਿਓ ਤੇ ਜਿਹੜੇ ਪੈਣ ਵਾਲੇ ਵਿਘਨ ਉਹਨਾਂ ਨੂੰ ਕੱਟ ਦਿਓ। ਧਾਰ ਦੋ ਬਿੰਸਤ ਭੇ ਜਗ ਮੈਂ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਹੋਏ ਜਗਤ ਦੇ ਵਿੱਚ ਗੁਰਸਿੱਖੀ ਦੇ ਮੁੱਢ, ਜਿਨ੍ਹਾਂ ਗੁਰਸਿੱਖੀ ਦੇ ਮੁੱਢ ਰੂਪ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਗੁਰਸਿੱਖੀ ਰੂਪੀ ਬ੍ਰਿਖਸ਼ ਦੇ ਇਹ 22 ਜਿਹੜੇ ਐ ਨਾ ਉਹ ਡਾਲ ਟਾਹਣੇ ਫੈਲੇ ਐ ਸੰਸਾਰ ਵਿੱਚ, ਜਿਨ੍ਹਾਂ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ। ਸਭ ਕੇ ਦੋਹਰਾ ਰਾਮ ਹਤੇ ਨ੍ਰਿਪ ਕੁਟਲ ਜਿਉ। ਸੋ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਮੰਗਲ ਕਰਕੇ, ਕਿਉਂਕਿ ਤੀਸਰੀ ਪੰਕਤੀ ਦੇ ਦੂਸਰੇ ਵਿਸ਼ਰਾਮ ਤੋਂ ਅਗਲਾ ਜਿਹੜਾ ਹਿੱਸਾ, ਦੂਸਰਾ ਹਿੱਸਾ, ਉਸ ਤੋਂ ਅਰਥ ਚੁੱਕ ਕੇ ਤੇ ਇਹ ਚਾਰ ਹੀ ਜਿਹੜੀਆਂ ਪੰਕਤੀਆਂ ਹਨ ਚਿੱਤਰਪਦੇ ਛੰਦ ਦੀਆਂ, ਉਹਨਾਂ ਦਾ ਤਰਤੀਬਵਾਰ ਜਿਹੜਾ ਅਰਥ ਆਪ ਸੰਗਤਾਂ ਸਰਵਣ ਕੀਤਾ। ਸੋ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਚਿੱਤਰਪਦੇ ਛੰਦ ਵਿੱਚ ਕਰਕੇ ਤੇ ਫਿਰ ਦੋਹਰੇ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਮੰਗਲ ਕਰਦੇ ਆ ਕਵੀ ਜੀ ਅਤੇ ਫਰਮਾਉਂਦੇ ਐ ਰਾਮ ਹਤੇ ਨ੍ਰਿਪ ਕੁਟਲ ਜਿਉ। ਜਿਸ ਤਰ੍ਹਾਂ ਰਾਮ ਨਾਮ ਇੱਥੇ ਪਰਸਰਾਮ ਦਾ ਹੈ, ਰਾਮ ਕਹੀਏ ਪਰਸਰਾਮ ਨੇ, ਪਰਸ਼ੂਰਾਮ ਹੈ ਜਿਨ੍ਹਾਂ ਨੇ ਮੋਢੇ ਦੇ ਉੱਪਰ ਕੁਹਾੜਾ ਰੱਖ ਕੇ, ਜਿਨ੍ਹਾਂ ਦੇ ਕੋਲ ਕੁਹਾੜਾ ਸੀ, ਤੇ ਨ੍ਰਿਪ ਕੁਟਲ ਜਿਉ ਹਤੇ, ਜਿਹੜੇ ਕੁਟਲ ਟੇਢੇ ਮਨ ਵਾਲੇ ਰਾਜੇ ਸੀ, ਟੇਢੇ ਮਨ ਵਾਲੇ ਰਾਜੇ ਸੰਗ ਉਹਨਾਂ ਨੂੰ ਹਤੇ ਨਾਸ ਕੀਤਾ। ਸੰਸਰ ਬਾਹੂ ਵਰਗੇ ਰਾਜੇ, ਫਿਰ ਹੋਰ ਐਸੇ ਖਸ਼ਤਰੀय ਰਾਜੇ ਜਿਨੇ ਰਾਜ ਸੱਤਾ ਪਾ ਕੇ ਬੜੇ ਅਭਿਮਾਨੀ ਤੇ ਹੰਕਾਰੀ ਬਣੇ ਹੋਏ ਸਨ। ਐਸੇ ਐਸੇ ਅਭਿਮਾਨੀ ਹੰਕਾਰੀ ਖਸ਼ਤਰੀय ਰਾਜਿਆਂ ਨੂੰ ਜਿਨ੍ਹਾਂ ਨੇ ਹਤੇ ਨਾਸ ਕੀਤਾ। ਇਤਿਹਾਸ ਵਿੱਚ ਆਉਂਦਾ ਹੈ ਕਿ ਸਾਧ ਸੰਗਤ ਪਰਸ਼ੂਰਾਮ ਜੀ ਜਿਨ੍ਹਾਂ ਨੇ 21 ਵਾਰ ਇਸ ਅਵਨੀ ਨੂੰ ਖਸ਼ਤਰੀय ਰਾਜ ਤੋਂ ਵਿਹੀਣ ਕਰਕੇ ਖਸ਼ਤਰੀਆਂ ਦੇ ਰਕਤ ਵਿੱਚ ਨਹਾਉਣਾ ਕੀਤਾ। 21 ਵਾਰ ਖਸ਼ਤਰੀय ਰਾਜੇ ਨਾਸ ਕੀਤੇ ਹੈ ਪਰਸ਼ੂਰਾਮ ਜੀ ਨੇ, ਜਿਹੜੇ ਕੁਟਲ ਟੇਢੇ ਮਨ ਵਾਲੇ ਅਤਿਆਚਾਰੀ ਅਭਿਮਾਨੀ ਹੰਕਾਰੀ ਰਾਜੇ ਸਨ, ਉਹਨਾਂ ਦਾ ਨਾਸ ਕੀਤਾ। ਸੋ ਕਥਨ ਕਰਦੇ ਹੈ ਜਿਸ ਤਰ੍ਹਾਂ ਪਰਸ਼ੂਰਾਮ ਜੀ ਖਸ਼ਤਰੀय ਰਾਜਿਆਂ ਦਾ ਵਿਨਾਸ਼ ਕਰਦੇ ਰਹੇ, ਮਾਰਿਓ ਰਾਵਨ ਰਾਮ। ਤੇ ਫਿਰ ਜਿਸ ਤਰ੍ਹਾਂ ਭਗਵਾਨ ਸ਼੍ਰੀ ਰਾਮਚੰਦਰ ਜੀ, ਇੱਕ ਪਰਸ਼ੂਰਾਮ ਹੈ, ਉਹ ਰਾਮ ਵੱਖਰਾ ਹੈ, ਇੱਕ ਰਾਮ ਹੈ ਦਸ਼ਰਥ ਪੁੱਤਰ, ਲਕਸ਼ਮਣ ਭਰਾ, ਸੀਤਾ ਪਤ ਰਾਮ ਹੈ, ਜਿਨ੍ਹਾਂ ਨੇ ਕਹਿੰਦੇ ਰਾਵਣ ਮਾਰਿਓ। ਜਿਹੜਾ ਲੰਕਾ ਨਰੇਸ਼ ਰਾਵਣ ਸੀ, ਤ੍ਰਿਲੋਕ ਵਿਜੇਤਾ ਖਵਾਉਣ ਵਾਲਾ ਚਤੁਰਵੇਦੀ ਰਾਵਣ, ਤਿਸ ਰਾਵਣ ਦਾ ਜਿਸ ਰਾਮ ਜੀ ਨੇ ਜਿਵੇਂ ਨਾਸ ਕਰਨਾ ਕੀਤਾ। ਰਾਮ ਜਥਾ ਮਗਪਾਲ ਪਰ। ਮਗਪਾਲ ਪਰ, ਰਾਮ ਜਥਾ ਜਿਸ ਤਰ੍ਹਾਂ ਮਗਪਾਲ ਮਗਧੇਸ਼ਵਰ, ਮਗਧ ਦੇਸ਼ ਦਾ ਰਾਜਾ ਜੋ ਜਰਾਸੰਧ ਹੈ, ਜਰਾਸੰਧ ਦੇ ਉੱਤੇ ਜਿਸ ਤਰ੍ਹਾਂ ਰਾਮ, ਇੱਥੇ ਰਾਮ ਦਾ ਨਾਮ ਬਲਰਾਮ ਹੈ। ਕਵੀ ਜੀ ਦੀ ਕਾਵਿ ਰਚਨਾ ਦੀ ਬਾਕਮਾਲਤਾ ਇਹ ਜਿਹੜੀ ਹੈ ਨਾ, ਇਹ ਵੇਖੀ ਜਾਣਾ, ਧਿਆਨ ਨਾਲ ਸੁਣੀ ਜਾਣਾ। ਇੱਕ ਦੋਹਰੇ ਵਿੱਚ 4 ਵਾਰੀ ਰਾਮ ਪਦ ਉਚਾਰਨ ਕੀਤਾ ਹੈ ਤੇ ਉਹ ਰਾਮ ਦੇ 4 ਹੀ ਵੱਖ ਅਰਥ ਕੀਤੇ। ਇੱਕ ਰਾਮ ਉਹ ਹੈ
ਜਿਹੜਾ ਪਰਸ਼ੂਰਾਮ, ਜਿਨੇ ਟੇਢੇ ਮਨ ਵਾਲੇ ਕਸ਼ਤਰੀਆਂ ਦਾ ਨਾਸ ਕੀਤਾ। ਇੱਕ ਰਾਮ ਉਹ ਹੈ ਦਸ਼ਰਥ ਪੁੱਤਰ, ਜਿਸ ਨੇ ਲੰਕਾ ਨਰੇਸ਼ ਰਾਵਣ ਦਾ ਸੰਘਾਰ ਕੀਤਾ। ਤੇ ਕਹਿੰਦੇ ਇੱਕ ਰਾਮ ਉਹ ਹੈ ਜਥਾ ਮਗ ਪਾਲਣ ਪਰ, ਜਿਹੜਾ ਮਗਪਾਲ ਮਗਧੇਸ਼ਵਰ ਜਰਾਸੰਧ ਦੇ ਉੱਤੇ ਟੁੱਟ ਪੈਂਦਾ ਸੀ। ਜਦੋਂ ਜਰਾਸੰਧ ਮਥੁਰਾ ਤੇ ਚੜ੍ਹਾਈ ਕਰਕੇ ਆਉਂਦਾ ਸੀ ਨਾ, ਤੇ ਉਦੋਂ ਸਾਰੀ ਹੀ ਜਰਾਸੰਧ ਦੀ ਸੈਨਾ ਦਾ ਵਿਨਾਸ਼ ਕਰਕੇ ਆਖੀਰ ਬਲਰਾਮ ਜੀ ਜਰਾਸੰਧ ਨੂੰ ਫੜ ਕੇ ਨਿਸਲ ਕਰ ਲੈਂਦੇ ਸੀ ਗਦਾ ਯੁੱਧ ਦੇ ਵਿੱਚ। ਤੇ ਅਖੀਰ ਫਿਰ ਭਗਵਾਨ ਕ੍ਰਿਸ਼ਨ ਜੀ ਛਡਾ ਦਿੰਦੇ ਸਨ। ਕਹਿੰਦੇ ਸਨ ਕਿ ਜੇ ਇਹਨੂੰ ਹੀ ਮਾਰ ਦਿੱਤਾ ਹੈ ਭਰਾਤਾ ਸ਼੍ਰੀ, ਤੇ ਜਿਨ੍ਹਾਂ ਜਿਨ੍ਹਾਂ ਦੁਸ਼ਟਾਂ ਦਾ ਵਿਨਾਸ਼ ਕਰਨਾ ਉਹਨਾਂ ਨੂੰ ਲੱਭ ਲੱਭ ਕੇ ਮਾਰਨਾ ਪਵੇਗਾ। ਇਹ ਵਿਚਾਰਾ ਮੁਸ਼ੱਕਤ ਕਰਦਾ ਹੈ, ਪਰਿਸ਼ਰਮ ਕਰਦਾ ਹੈ, ਮਿਹਨਤ ਕਰਦਾ ਹੈ, ਦੁਸ਼ਟ ਅਪਰਾਧੀ ਇਕੱਠੇ ਕਰਕੇ ਲੈ ਆਉਂਦਾ ਹੈ, ਆਪਾਂ ਨੂੰ ਨਾਸ ਕਰਨਾ ਸੌਖਾ ਹੋ ਜਾਂਦਾ। ਇਸੇ ਵਾਸਤੇ ਤੇ ਆਏ ਆ ਸੰਸਾਰ ਵਿਨਾਸ਼ਾਏ ਚੇ ਦੁਸ਼ਕ੍ਰਿਤਾਮ, ਤੇ ਇਹ ਇਕੱਠੇ ਕਰਕੇ ਲੈ ਆਉਂਦਾ ਦੁਸ਼ਟਾਂ ਨੂੰ, ਉਹਨਾਂ ਦਾ ਨਾਸ ਕਰ ਦਿੰਦੇ ਆ। ਇਸ ਵਾਸਤੇ ਇਹਨੂੰ ਛੱਡਦੇ ਆ, ਨਿਸਲ ਕਰਕੇ ਬਲਰਾਮ ਜੀ ਛੱਡਦੇ ਸਨ ਕ੍ਰਿਸ਼ਨ ਜੀ ਦੇ ਕਹਿਣ ਤੋਂ ਇਸ ਮਗਧੇਸ਼ਵਰ ਨੂੰ, ਇਸ ਜਰਾਸੰਧ ਨੂੰ। ਸੋ ਕਵੀ ਜੀ ਕਥਨ ਕਰਦੇ, ਜਿਵੇਂ ਮਗ ਪਾਲਣ ਦੇ ਉੱਤੇ, ਜਿਵੇਂ ਜਰਾਸੰਧ ਦੇ ਉੱਤੇ ਬਲਰਾਮ ਜੀ ਟੁੱਟ ਪੈਂਦੇ ਸਨ, ਸਿੱਖ ਤਾਮ ਪਰ ਗੁਰ ਰਾਮ। ਇਸੇ ਹੀ ਤਰ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਜਿਹੜਾ ਅਗਿਆਨਤਾ ਦਾ ਤਮ ਹੈ, ਅਗਿਆਨਤਾ ਦਾ ਹਨੇਰਾ ਹੈ, ਉਹਨੂੰ ਨਾਸ ਕਰਨ ਵਾਸਤੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਤਥਾ ਹਨ। ਜਿਵੇਂ ਮਗਧੇਸ਼ਵਰ ਨੂੰ ਨਿਸਲ ਕਰਨ ਵਾਸਤੇ ਬਲਰਾਮ, ਰਾਵਣ ਨੂੰ ਨਾਸ ਕਰਨ ਵਾਸਤੇ ਦਸ਼ਰਥ ਪੁੱਤਰ ਰਾਮ, ਤੇ ਕਸ਼ਤਰੀय ਰਾਜਿਆਂ ਦਾ ਵਿਨਾਸ਼ ਕਰਨ ਵਾਸਤੇ ਜੈਸੇ ਪਰਸ਼ੂਰਾਮ, ਤਥਾ ਸਿੱਖਾਂ ਦੇ ਹਿਰਦੇ ਅੰਦਰੋਂ ਮੋਹ ਨੂੰ ਮੇਟਣ ਵਾਸਤੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਹਨ। ਸਾਰ ਨਿਕਾਸਿਓ ਵੇਦ ਤੇ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਮੰਗਲ ਕਰਦੇ ਆ। ਕਹਿੰਦੇ ਐ ਕਿ ਸਾਰ ਨਿਕਾਸਿਓ ਵੇਦ ਤੇ। ਵੇਦ ਨਾਮ ਜਿਹੜੇ ਵੇਦ ਹੈ, ਵੇਦਾਂ ਦਾ ਸਾਰ, ਵੇਦਾਂ ਦਾ ਨਿਚੋੜ ਕੱਢ ਦਿੱਤਾ। ਵੇਦਾਂ ਦਾ ਨਿਚੋੜ ਕੱਢ ਦਿੱਤੇ ਤੋਂ ਭਾਵ ਇਹ ਨਹੀਂ ਲੈਣਾ ਕਿ ਵੇਦਾਂ ਦਾ ਜੋ ਉਲੱਥਾ ਹੈ, ਵੇਦਾਂ ਦੇ ਵਿੱਚੋਂ ਜੋ ਨਿਚੋੜ ਸੀ ਉਹ ਸਤਿਗੁਰਾਂ ਨੇ ਲਿਖਿਆ ਗੁਰਬਾਣੀ ਰੂਪ ਦੇ ਵਿੱਚ। ਨਹੀਂ, ਵੇਦਾਂ ਵਿੱਚ ਜੋ ਸਾਰ ਤੱਤਵ ਸਿਧਾਂਤ ਦੱਸਿਆ ਹੈ ਨਾ, ਉਸੇ ਤੱਤਵ ਸਿਧਾਂਤ ਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੈ। ਵੇਦਾਂ ਦਾ ਨਿਚੋੜ ਨਹੀਂ ਹੈ, ਗੁਰਬਾਣੀ ਧੁਰ ਦਰਗਾਹੋਂ ਆਈ ਹੈ, ਇਹ ਧੁਰ ਦਰਗਾਹ ਤੋਂ ਆਈ ਹੋਈ ਹੈ। ਇਸ ਵਾਸਤੇ ਵੇਦਾਂ ਦਾ ਨਿਚੋੜ ਨਹੀਂ ਹੈ, ਪਰ ਜੋ ਵੇਦਾਂ ਦਾ ਸਾਰ ਹੈ, ਵੇਦਾਂ ਦਾ ਤੱਤਵ ਗਿਆਨ ਹੈ, ਉਹੀ ਤੱਤਵ ਗਿਆਨ ਧੁਰ ਦਰਗਾਹੋਂ ਆਈ ਗੁਰਬਾਣੀ ਦੁਆਰਾ ਬੜੇ ਸੁਖੇਨ ਢੰਗ ਦੇ ਨਾਲ ਸਤਿਗੁਰਾਂ ਨੇ ਵਰਣਨ ਕੀਤਾ। ਕਿਉਂਕਿ ਵੇਦਾਂ ਵਿੱਚ ਉਹੀ ਗਿਆਨ ਬਹੁਤ ਗੁੰਝਲਦਾਰ ਤਰੀਕੇ ਦੇ ਨਾਲ ਵਰਣਨ ਕੀਤਾ, ਬਹੁਤ ਉਲਝਣਦਾਰ ਤਰੀਕੇ ਦੇ ਨਾਲ ਵਰਣਨ ਕੀਤਾ, ਜਿਸ ਨੂੰ ਪੜ੍ਹ ਕੇ ਸੁਣ ਕੇ ਸਹਿਜ ਸਮਝ ਨਹੀਂ ਆਉਂਦੀ। ਤੇ ਉਹੀ ਤੱਤਵ ਗਿਆਨ ਬਹੁਤ ਸੁਖੇਨ ਬੜੇ ਸਰਲ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਵਰਣਨ ਕਰ ਦਿੱਤਾ। ਸੋ ਇਸ ਵਾਸਤੇ ਕਿਹਾ ਕਿ ਸਾਰ ਨਿਕਾਸਿਓ ਵੇਦ ਤੇ।
ਵੇਦਾਂ ਤੋਂ ਅਥਵਾ ਵੇਦ ਨਾਮ ਗਿਆਨ ਦਾ ਹੈ। ਗਿਆਨ ਦਾ ਵੀ ਜਿਹੜਾ ਸਾਰ ਹੈ, ਨਿਚੋੜ ਹੈ, ਆਤਮਿਕ ਗਿਆਨ, ਉਹ ਕੱਢ ਕੇ ਜਗਤ ਦਿਖਾਏ ਅਸਾਰ। ਇਹ ਜਗਤ ਨੂੰ ਅਸਾਰ ਕਰਕੇ ਵਿਖਾ ਦਿੱਤਾ ਸਤਿਗੁਰਾਂ ਨੇ। ਜਗਤ ਅਸਾਰ ਹੈ, ਅਸਾਰ ਨਾਮ ਝੂਠਾ ਹੈ, ਅਸਾਰ ਨਾਮ ਮਿਥਿਆ ਹੈ, ਅਸਾਰ ਨਾਮ ਕਾਲਪਨਿਕ ਹੈ। ਸਾਰ ਗੁਰੂ ਅਰਜਨ ਲਈ। ਇਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਐਸੇ ਹਨ ਜਿਨ੍ਹਾਂ ਨੇ ਆਪਣੇ ਸੇਵਕਾਂ ਦੀ ਸਾਰ ਲੈਣਾ ਕੀਤੀ। ਸਾਰ ਹੁੰਦੀ ਹੈ ਖਬਰ। ਆਪਣੇ ਸੇਵਕਾਂ ਦੀ ਲੋਕ ਪਰਲੋਕ ਦੇ ਵਿੱਚ ਖਬਰ ਲਈ। ਲੋਕ ਪਰਲੋਕ ਦੇ ਵਿੱਚ ਆਪਣੇ ਸੇਵਕਾਂ ਦੇ ਰੱਖਿਅਕ ਹੋਏ। ਨਿਜ ਜਨ ਕੀ ਸੰਸਾਰ। ਆਪਣੇ ਜਨਾਂ ਸੇਵਕਾਂ ਦੀ ਸੰਸਾਰ ਦੇ ਵਿੱਚ ਸਾਰ ਨਾਮ ਖਬਰ ਲਈ। ਆਪਣੇ ਸੇਵਕਾਂ ਦੀ ਜਿਹੜੀ ਹੈ ਨਾ ਉਹ ਸਾਰ ਕੀਤੀ, ਰੱਖਿਆ ਕੀਤੀ। ਐਸੇ ਹਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਜੋ ਬਾਣੀ ਕੇ ਬੋਹਿਥਾ ਸਰੂਪ ਹਨ। ਦੋਹਿਤਾ ਬਾਣੀ ਕਾ ਬੋਹਿਥਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਜਿਨ੍ਹਾਂ ਨੇ ਤਤਵ ਗਿਆਨ ਨੂੰ ਜਿਹੜਾ ਕਿ ਬਹੁਤ ਗੁੰਝਲਦਾਰ ਤਰੀਕੇ ਦੇ ਨਾਲ ਵੇਦਾਂ ਵਿੱਚ ਵਰਣਨ ਸੀ, ਜਿਸ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਸਹਿਜ ਸਮਝ ਵਿੱਚ ਨਹੀਂ ਸੀ ਪੈਂਦਾ, ਉਸੇ ਹੀ ਤਤਵ ਗਿਆਨ ਰੂਪੀ ਭੋਜਨ ਨੂੰ, ਜੋ ਕਿ ਮਾਨੋ ਵੇਦਾਂ ਵਿੱਚ ਇਉਂ ਜਿਵੇਂ ਹੀਰੇ ਜੜਤ ਸੋਨੇ ਦੇ ਭਾਂਡੇ ਵਿੱਚ ਪਿਆ ਭੋਜਨ ਸੀ। ਭੁੱਖ ਤੇ ਭੋਜਨ ਨੇ ਮਿਟਾਉਣੀ ਸੀ, ਭਾਂਡੇ ਨੇ ਨਹੀਂ। ਪਰ ਉਹ ਭਾਂਡਾ ਇੰਨਾ ਬੇਸ਼ਕੀਮਤੀ ਸੀ ਕਿ ਜਿਸ ਭਾਂਡੇ ਵਿੱਚੋਂ ਗਰੀਬ ਭਾਵ ਸੰਸਕ੍ਰਿਤ ਭਾਸ਼ਾ ਜਿਹੜੀ ਹੈ, ਇਹ ਬਹੁਤ ਅਮੋਲਕ ਭਾਂਡਾ ਸੀ। ਕਿਉਂ ਕਹਿ ਲਓ ਕਿ ਇਹ ਸੋਨੇ ਦਾ ਭਾਂਡਾ, ਹੀਰੇ ਜੜਤ ਭਾਂਡਾ ਸੀ। ਭਾਂਡਾ ਤੇ ਸਹੀ ਸੀ, ਸ੍ਰੇਸ਼ਟ ਸੀ, ਪਰ ਇਹ ਭਾਂਡਾ ਹੁਣ ਜਿਹਦੀ ਬੁੱਧੀ ਰੂਪ ਗਰੀਬੀ ਹੈ, ਜਿਹਦੇ ਕੋਲ ਭਾਵ ਜਿਹਦੇ ਕੋਲ ਆਤਮ ਵਿਸ਼ੈਣੀ ਬੁੱਧੀ ਨਹੀਂ ਹੈ, ਵਿਸ਼ਈ ਬੁੱਧੀ ਹੈ, ਵਕਾਰ ਗ੍ਰਸਤ ਬੁੱਧੀ ਰੂਪ ਗਰੀਬੀ ਹੈ ਜਿਹਦੇ ਕੋਲ, ਤੇ ਐਸਾ ਗਰੀਬ ਤਾਂ ਇਸ ਭਾਂਡੇ ਵਿੱਚੋਂ ਗਿਆਨ ਰੂਪੀ ਭੋਜਨ ਨਹੀਂ ਸੀ ਨਾ ਛਕ ਕੇ ਆਪਣੀ ਭੁੱਖ ਮੇਟ ਸਕਦਾ। ਉਹੀ ਸਵਾਦਿਸ਼ਟ ਜਾਂ ਕਹਿ ਲਓ ਉਹਦੇ ਤੋਂ ਵੀ 1000 ਗੁਣਾ ਸਵਾਦਿਸ਼ਟ ਗਿਆਨ ਰੂਪੀ, ਤਤਵ ਗਿਆਨ ਰੂਪੀ ਭੋਜਨ। ਤੇ ਐਸਾ ਭਾਂਡਾ ਜਿਵੇਂ ਪੱਤਲਾਂ ਹੁੰਦੀਆਂ ਸਨ। ਪੱਤਲਾਂ ਤੇ ਹਰ ਕੋਈ ਲੈ ਸਕਦਾ ਨਾ, ਦਰਖਤ ਦਾ ਪੱਤੇ ਦੀਆਂ ਬਣੀਆਂ ਹੁੰਦੀਆਂ ਪੱਤਲਾਂ। ਉਹ ਤੇ ਗਰੀਬ ਤੋਂ ਗਰੀਬ ਵੀ ਪੱਤਲ ਲੈ ਕੇ ਤੇ ਵਰਤਦਾ ਹੋਇਆ ਭੋਜਨ ਪਵਾ ਕੇ ਛਕ ਕੇ ਆਪਣੀ ਭੁੱਖ ਮੇਟ ਲੈਂਦਾ। ਉਹ ਤੇ ਭਾਂਡਾ ਸਾਰਿਆਂ ਨੂੰ ਉਪਲਬਧ ਹੈ ਨਾ ਪੱਤਲਾਂ ਦਾ। ਇਉਂ ਜਿਹੜੀ ਇਹ ਗੁਰਮੁਖੀ ਹੈ, ਇਹ ਜਿਹੜੀ ਗੁਰਮੁਖੀ ਭਾਸ਼ਾ ਹੈ ਨਾ, ਉਹ ਪੱਤਲਾਂ ਦਾ ਪਾਤਰ ਹੈ, ਭਾਂਡਾ ਹੈ, ਸਰਲ ਹੈ, ਸਹਿਜ ਹੈ, ਸੁਖੇਣ ਹੈ। ਇਸ ਗੁਰਮੁਖੀ ਭਾਸ਼ਾ ਰੂਪੀ ਪੱਤਲਾਂ ਦੇ ਪਾਤਰ ਦੇ ਵਿੱਚ ਅਮੋਲਕ ਭੋਜਨ, ਜਿਹਦੇ ਵਰਗਾ ਭੋਜਨ ਸੰਭਵਤ ਹੈ ਵੇਦਾਂ ਵਿੱਚ ਵੀ ਨਹੀਂ। ਐਸਾ ਤਤਵਾਤਮਕ ਗਿਆਨ ਰੂਪੀ ਭੋਜਨ ਪਰੋਸ ਕੇ ਸਿੱਖਾਂ ਨੂੰ ਦਿੱਤਾ, ਤਾਂ ਕਿ ਛਕ ਕੇ ਆਪਣੀ ਜਿਹੜੀ ਭੁੱਖ ਹੈ ਨਾ ਗਿਆਨ ਦੀ, ਉਹਨੂੰ ਮੇਟ ਲੈਣ। ਕਿਉਂ ਮਨ ਦੇ ਅੰਦਰ ਗਿਆਨ ਦੀ ਭੁੱਖ ਲੱਗੀ ਹੋਈ ਹੈ। ਮਨ ਗਿਆਨ ਦਾ ਭੁੱਖਾ ਹੈ, ਜਿੱਧਰੋਂ ਵੀ ਗਿਆਨ ਮਿਲਦਾ ਹੈ ਇਹ ਆਪਣੀ ਭੁੱਖ ਮੇਟਣ ਦਾ ਯਤਨ ਕਰਦਾ, ਪਰ ਝੂਠੀ ਵਸਤੂ ਦੇ ਝੂਠੇ ਗਿਆਨ ਨਾਲ, ਕਾਲਪਨਿਕ ਵਸਤੂ ਦਾ, ਜੋ ਵਸਤੂ ਕਾਲਪਨਿਕ ਹੈ ਉਹਦਾ ਗਿਆਨ ਵੀ ਕਾਲਪਨਿਕ ਹੀ ਹੈ। ਕਾਲਪਨਿਕ ਗਿਆਨ ਨਾਲ ਭੁੱਖ ਤੇ ਨਹੀਂ ਮਿਟਣ ਵਾਲੀ। ਇਸ ਤਰ੍ਹਾਂ ਸਮਝ ਲਓ ਜੈਸੇ ਭੁੱਖ ਲੱਗੀ ਹੋਈ ਹੈ ਤੇ ਭੁੱਖ ਲੱਗੀ ਹੈ ਤੇ ਕਲਪਨਾ ਕਰੀ ਜਾਈਏ
ਜਾਂ ਕੋਈ ਕਲਪਨਾ ਕਰਕੇ ਆਪਾਂ ਨੂੰ ਕਹੀ ਜਾਵੇ ਤਿਉਂ ਸੋਚ ਥਾਲ ਬਣ ਗਿਆ ਵਿੱਚ 36 ਪ੍ਰਕਾਰ ਦੇ ਭੋਜਨ ਪਰੋਸ ਦਿੱਤੇ ਗਏ ਹੈ। ਹੁਣ ਤੂੰ ਉਹ ਭੋਜਨ ਛਕ ਰਿਹਾ ਹੈ। ਪਹਿਲੋਂ ਲੂਣਦਾਰ ਮਸਾਲੇ ਵਾਲੇ ਭੋਜਨ ਛਕਿਆ, ਹੁਣ ਤੂੰ ਮਿੱਠੇ ਭੋਜਨ ਛਕ ਰਿਹਾ। ਕਲਪਨਾ ਨਾਲ ਹੀ ਭੋਜਨ ਖਵਾਈ ਜਾਵੇ ਤੇ ਕਲਪਨਾ ਨਾਲ ਹੀ ਕੋਈ ਖਾਈ ਜਾਵੇ, ਉਹ ਭੁੱਖ ਮਿਟੇਗਾ। ਸਰੀਰ ਨੂੰ ਤੇ ਭੁੱਖ ਲੱਗੀ ਹੈ, ਭੋਜਨ ਤੇ ਸੱਚਾ ਚਾਹੀਦਾ। ਤਥਾ ਹੀ ਮਨ ਵੀ ਭੁੱਖਾ ਹੈ, ਮਨ ਨੂੰ ਭੁੱਖ ਹੈ ਗਿਆਨ ਦੀ। ਹੁਣ ਗਿਆਨ ਦੀ ਭੁੱਖ ਜਿਹੜੀ ਹੈ ਉਹ ਕਾਲਪਨਿਕ ਗਿਆਨ ਨਾਲ ਮਿਟਣ ਵਾਲੀ ਨਹੀਂ ਹੈ। ਜੀਵ ਸੰਸਾਰ ਦੇ ਗਿਆਨ ਨੂੰ ਗ੍ਰਹਿਣ ਕਰਦਾ ਹੈ ਤੇ ਕਰਨ ਦਾ ਹਰ ਸੰਭਵ ਪ੍ਰਯਾਸ ਯਤਨ ਕਰਦਾ ਤੇ ਕਰ ਰਿਹਾ। ਸਾਇੰਟਿਸਟ ਲੋਕ ਇਹ ਮਿਥਿਆ ਸੰਸਾਰ ਜਿਹੜਾ ਕਾਲਪਨਿਕ ਹੈ, ਕਿਤਨਾ ਗਿਆਨ ਹਾਸਲ ਕਰ ਚੁੱਕੇ ਤੇ ਹੋਰ ਦੀ ਉਹ ਮੰਗ ਹੈ, ਭੁੱਖ ਮਿਟ ਨਹੀਂ ਰਹੀ। ਮਿਟੇ ਕਿਵੇਂ? ਕਾਲਪਨਿਕ ਗਿਆਨ ਨਹੀਂ ਭੁੱਖ ਮਿਟੇਗਾ, ਕਾਲਪਨਿਕ ਭੋਜਨ ਨਹੀਂ ਭੁੱਖ ਮਿਟੇਗਾ। ਭੁੱਖ ਮਿਟੇਗਾ ਸੱਚਾ ਗਿਆਨ, ਤੇ ਸੱਚਾ ਗਿਆਨ ਸੱਚੀ ਵਸਤੂ ਦਾ ਹੋਵੇਗਾ। ਸੱਚੀ ਵਸਤੂ ਆਤਮਾ ਹੈ। ਆਤਮਾ ਦਾ ਗਿਆਨ ਹੀ ਜਿਹੜੀ ਭੁੱਖ ਹੈ ਨਾ ਉਹ ਮੇਟਦਾ ਹੈ। ਬਾਹਰੀ ਗਿਆਨ ਕਿਤਨਾ ਵੀ ਕੋਈ ਹਾਸਲ ਕਰ ਲਵੇ, ਕਿਸੇ ਵੀ ਪੱਖ ਦਾ ਗਿਆਨ, ਕਿਸੇ ਪਦਾਰਥ ਦਾ, ਕਿਸੇ ਵਸਤੂ ਦਾ, ਕਿਸੇ ਗ੍ਰਹਿ ਦਾ, ਕਿਸੇ ਨਕਸ਼ਤਰ ਦਾ, ਕਿਤਨਾ ਵੀ ਗਿਆਨ, ਬਹੁਤ ਗਿਆਨ ਸਾਇੰਟਿਸਟ ਲੋਕ ਹਾਸਲ ਕਰ ਚੁੱਕੇ ਹੈ, ਕਾਲਪਨਿਕ ਹੈ। ਹੋਰ ਕਿਤਨਾ ਵੀ ਹਾਸਲ ਕਰ ਲੈਣ ਤਾਂ ਵੀ ਕਾਲਪਨਿਕ ਹੀ ਹੋਵੇਗਾ। ਕਲਪਤ ਵਸਤੂ ਦਾ ਗਿਆਨ ਆਤਮਾ ਤਥਾ ਮਨ ਦੀ ਭੁੱਖ ਨਹੀਂ ਮਿਟੇਗਾ। ਸੱਚਾ ਗਿਆਨ ਮਨ ਦੀ ਭੁੱਖ ਮਿਟੇਗਾ। ਉਹ ਸੱਚਾ ਗਿਆਨ ਆਤਮਕ ਗਿਆਨ ਹੈ ਤੇ ਉਹ ਸੱਚਾ ਗਿਆਨ ਰੂਪੀ ਭੋਜਨ ਸਤਿਗੁਰਾਂ ਨੇ ਗੁਰਮੁਖੀ ਭਾਸ਼ਾ ਰੂਪੀ ਪੱਤਲਾਂ ਦੇ ਭੋਜਨ ਵਿੱਚ ਪਰੋਸ ਕੇ ਦੇ ਦਿੱਤਾ ਹੈ। ਸਤਿਗੁਰਾਂ ਤੇ ਪਰੋਸ ਕੇ ਦਿੱਤਾ ਹੋਇਆ। ਹੁਣ ਜਿਹੜਾ ਇਹ ਭੋਜਨ ਛਕੇਗਾ, ਗੁਰਬਾਣੀ ਪੜ੍ਹੇਗਾ, ਗੁਰਬਾਣੀ ਸੁਣੇਗਾ, ਗੁਰਬਾਣੀ ਵਿਚਾਰੇਗਾ, ਗੁਰਬਾਣੀ ਵਿੱਚ ਦਿੱਤੇ ਉਪਦੇਸ਼ ਨੂੰ ਮੰਨੇਗਾ, ਉਹਦੀ ਕਮਾਈ ਵਿੱਚ ਜੁੜੇਗਾ, ਸੁਨਿਸ਼ਚਿਤ ਹੀ ਉਹਦੀ ਭੁੱਖ ਮਿਟੇਗੀ। ਤੇ ਜਦ ਭੁੱਖ ਮਿਟ ਜਾਂਦੀ ਹੈ, ਭੁੱਖੇ ਨੂੰ ਸ਼ਾਂਤੀ ਨਹੀਂ ਆਉਂਦੀ। ਤੇ ਭੁੱਖੇ ਨੂੰ ਭੋਜਨ ਮਿਲ ਜਾਵੇ, ਜੈਸੇ ਭੁੱਖਿਆ ਪ੍ਰੀਤ ਅਨਾਜ। ਭੁੱਖੇ ਨੂੰ ਭੋਜਨ ਮਿਲ ਜੇ, ਉਹ ਛਕ ਕੇ ਤ੍ਰਿਪਤ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ, ਸਹਿਜ ਟਿਕ ਜਾਂਦਾ ਹੈ। ਇਸੇ ਤਰ੍ਹਾਂ ਮਨ ਹੈ, ਜਿੰਨਾ ਚਿਰ ਭੁੱਖਾ ਹੈ, ਕਾਲਪਨਿਕ ਭੋਜਨ ਨਾਲ ਇਹਦੀ ਭੁੱਖ ਮਿਟਦੀ ਨਹੀਂ ਹੈ, ਦੌੜ ਭੱਜ ਬਣੀ ਹੋਈ ਹੈ। ਸੱਚਾ ਗਿਆਨ ਰੂਪੀ ਭੋਜਨ ਜਾਦੇ ਛਕ ਲਵੇਗਾ, ਗੁਰਬਾਣੀ ਦੁਆਰਾ ਉਹ ਪ੍ਰਾਪਤ ਹੋਣਾ। ਪੜ੍ਹ ਸੁਣ ਵਿਚਾਰ ਕੇ ਮਨ ਕੇ ਕਮਾ ਕੇ, ਤੇ ਜਿਹੜਾ ਇਹ ਗਿਆਨ ਰੂਪੀ ਭੋਜਨ ਛਕ ਲਵੇਗਾ, ਉਹਦੀ ਜਨਮਾਂ ਜਨਮਾਂਤਰਾਂ ਦੀ ਭੁੱਖ ਮਿਟ ਜਾਣੀ ਹੈ ਤੇ ਇਸ ਦੀ ਵੀ ਆਤਮਿਕ ਆਨੰਦ ਜਿਹੜਾ ਹੈ ਉਸ ਨੂੰ ਪ੍ਰਾਪਤ ਕਰਕੇ ਤੇ ਆਪਣਾ ਸਹਿਜ ਹੀ ਲੋਕ ਸੁਖੀਆ ਤੇ ਪ੍ਰਲੋਕ ਇਸ ਵੇਲਾ ਉਹ ਬਣਾ ਲਵੇਗਾ। ਸੋ ਸਾਧ ਸੰਗਤ, ਸਮੇਂ ਦੀ ਸਮਾਪਤੀ ਹੈ। ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਹੈ ਦਾਸਾਂ ਦੀ। ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਸਾਰ ਨਿਕਾਸਿਓ ਵੇਦ ਤੇ ਜਗਤ ਦਿਖਾਏ ਅਸਾਰ। ਸਾਰ ਗੁਰੂ ਅਰਜਨ ਲਈ ਨਿਜ ਜਾਨਕੀ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।